देश दुनिया च बसते पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, एक वड्डी पार्टी के पहली कतार के आगू ने मेरे नाल गिला कीता, आखिर तुसीं संघी ढांचे नूं नित संघीओ फड़ लैंदे आ, मैनूं ये दसो कि सत्ता का केंद्रीकरण है कित्थे नहीं? आहा, ਇਹਦਾ मतलब मर्ज डूंगी है, किते भी कोई बख्शिया नहीं होया। मैं क्या बड़ा वड्डा सवाल खड़ा करता। कहते जी MLA ते हलका इंचार्ज जी हलकियां दी किलाबंदी करके बैठे हैं। बिल्कुल ठीक है, कोई बारी बंदा झाक के विखावे, सवाल नहीं पैदा होंदा। पार्टियां दे उपरले लीडर किसी थल्ले वाले दी गल सुनन नूं तैयार नहीं। थल्ले वाले दी वखरी कहंदे जी, वड्डे वड्डे आगू उन्हां दी भी गल नहीं सुनी जाती। सही गल कहण नूं कहा जांदा कि पार्टी प्लेटफार्म ते गल करो। हाँ। पर कोई पार्टी दसो पंजाब दी जिहदे उपरले दूजियां दी गल सुनन नूं तैयार होण। ਤੁਸੀਂ ਅੰਦਰ ਗੱਲ ਕਰਕੇ ਦੇਖ ਲਓ, ਮੀਟਿੰਗ 'ਚ ਗੱਲ ਕਰਕੇ ਦੇਖ ਲਓ, ਤੁਹਾਡੇ ਖੰਭ ਕਤਰ ਦਿੱਤੇ ਜਾਂਦੇ ਆ, ਤੁਹਾਨੂੰ ਤੁਹਾਡੀ ਥਾਂ ਦਿਖਾਤੀ ਜਾਂਦੀ ਹੈ। ਮੈਂ ਹੈਰਾਨ ਹੋਇਆ, ਕਦੇ ਇੱਧਰ ਸੋਚਿਆ ਹੀ ਨਹੀਂ। ਪੱਕੀ ਗੱਲ ਆ ਕਿ ਅਸੀਂ ਕੇਂਦਰ ਦੀਆਂ ਪਾਲਿਸੀਜ਼ ਦੇ ਖਿਲਾਫ ਹੈ। ਅਕਸਰ ਇਹ ਰੌਲਾ ਪੈਂਦਾ ਕਿ ਉੱਪਰਲੇ ਕੇਂਦਰੀਕਰਨ ਕਰ ਰਹੇ। ਸਹੀ ਗੱਲ, ਸੱਤਾ ਦਾ ਵਿਕੇਂਦਰੀਕਰਨ ਨਹੀਂ ਹੋ ਰਿਹਾ, ਫੈਡਰਲ ਢਾਂਚਾ ਕਤਲ ਕੀਤਾ ਜਾ ਰਿਹਾ। ਹੁਣ ਸਵਾਲ ਇਹ ਹੈ कि ਜਿਹੜੇ ਥੱਲੇ ਬੈਠੇ ਆ, ਜਿਹੜੀਆਂ ਪਾਰਟੀਆਂ ਮੰਗ ਕਰ ਰਹੀਆਂ ਕਿ ਕੇਂਦਰ ਫੈਡਰਲ ਢਾਂਚੇ ਦੀ ਮੂਲ ਭਾਵਨਾ ਅਨੁਸਾਰ ਚੱਲੇ, ਕਦੇ ਉਹਨਾਂ ਨੇ ਫੈਡਰਲ ਢਾਂਚੇ ਨੂੰ ਥੱਲੇ ਅਪਣਾਇਆ, ਪਾਰਟੀ ਪੱਧਰ ਤੇ ਅਪਣਾਇਆ, ਪਿੰਡ ਪੱਧਰ ਤੇ ਅਪਣਾਇਆ? ਕਦੇ ਕਿਸੇ NGOs ਤੱਕ ਵੀ ਦੇਖ ਲਓ, ਪਰਿਵਾਰਾਂ ਤੱਕ ਵੀ ਦੇਖ ਲਓ। ਇਹ ਵੱਡਾ ਸਵਾਲ ਆ ਕਿ ਸਾਡੀ ਫਾਸ਼ੀਵਾਦੀ ਬਿਰਤੀ ਕਿੱਥੇ ਨਹੀਂ? ਇਹ ਵੱਡਾ ਸਵਾਲ ਆ ਕਿ ਜੇ ਨਰਿੰਦਰ ਮੋਦੀ ਸਭ ਤੋਂ ਉੱਪਰਲੀ ਕੁਰਸੀ ਤੇ ਹੈ ਤੇ ਸਭ ਤੋਂ ਥੱਲੇ ਦੀ ਕੁਰਸੀ ਵਾਲੇ ਦਾ ਵੀ ਉਹ ਮਨੋਬਿਰਤੀ ਹੈ। ਸੋ ਜੇ ਅਸੀਂ ਇਹ ਮਨੋਬਿਰਤੀਆਂ ਬਣਾਈਆਂ ਤੇ ਜ਼ਿੰਮੇਵਾਰੀ ਸਾਡੇ ਤੇ ਫਿਕਸ ਹੁੰਦੀ ਆ ਚੁਣਨ ਵਾਲਿਆਂ ਤੇ। ਮੇਰਾ ਖਿਆਲ ਤੁਸੀਂ ਸਹਿਮਤ ਹੋਵੋਗੇ ਤੇ ਉਹਨਾਂ ਦਾ ਦੁੱਖ ਜਾਇਜ਼ ਮੰਨੋਗੇ। ਤੇ ਤੁਸੀਂ ਤੇ ਉਹ ਗੱਲ ਕੀਤੀ ਕਿ ਸਜ਼ਾ ਹੋ ਗਈ, ਦੋਸ਼ੀ ਦੀ ਪਹਿਚਾਣ ਹੋ ਗਈ ਤੇ ਸਜ਼ਾ ਹੋ ਗਈ ਫਾਂਸੀ ਦੀ, ਵੀ ਇਹਦੇ ਗਲ 'ਚ ਰੱਸਾ ਪਾ ਦਿੱਤਾ ਜਾਵੇ ਜੀ, ਹੈਂਗ ਟਿਲ ਡੈਥ ਜੀ। ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਜਿਹਦੇ ਗਲ 'ਚ ਰੱਸਾ ਪਾਉਣਾ ਆ ਉਹ ਤਾਕਤਵਰ ਹੈ। ਬਿਲਕੁਲ। ਫਿਰ ਇਹ ਕਿਹਾ ਜੀ ਚਲੋ ਦੇਖੋ ਇਹ ਰੱਸਾ ਇਹਦੇ ਗਲੇ ਦੇ ਬਰਾਬਰ ਨਹੀਂ ਹੈ, ਛੋਟਾ ਰਹਿ ਗਿਆ। ਉਹਨਾਂ ਕਿਹਾ ਜਿਹਦੇ ਗਲ 'ਚ ਪਾਉਣਾ ਪਾ ਦਿਓ, ਤੇ ਫਿਰ ਜਿਹਦੇ ਗਲ 'ਚ ਰੱਸਾ ਪਾਇਆ ਉਹ ਸਭ ਤੋਂ ਹੇਠਲਾ ਸੀ। ਇਹਦਾ ਮਤਲਬ ਹੈ ਕਿ ਇਨਸਾਫ ਇਹੋ ਹੀ ਮੰਨ ਲਿਆ ਗਿਆ। ਬਿਲਕੁਲ, ਜਿਹਦੇ ਗਲ 'ਚ ਰੱਸਾ ਆ ਗਿਆ ਉਹਨੂੰ ਮੰਨ ਲਿਆ ਗਿਆ ਕਿ ਇਹ ਦੋਸ਼ੀ ਆ, ਇਨਸਾਫ ਹੋ ਗਿਆ। ਬਸ ਇਹ ਇਨਸਾਫ ਹੋ ਗਿਆ। ਹਾਂ। ਤੇ ਜਦੋਂ ਕੋਈ ਹੱਕ ਮੰਗਣ ਆ ਗਿਆ ਤੇ ਫਿਰ ਉਦੋਂ ਕੀ ਹੋਇਆ ਕਿ ਇਹ ਅਮਨ ਸ਼ਾਂਤੀ ਨੂੰ ਖਤਰਾ ਹੋ ਗਿਆ ਜੀ। ਤੇ ਫਿਰ ਸ਼ਾਂਤੀ ਕਿੱਦਾਂ ਹੋਈ ਵੀ ਜਿਹੜੇ ਹੱਕ ਮੰਗਣ ਵਾਲੇ ਨੇ ਉਹਨਾਂ ਨੂੰ ਡਾਂਗਾ ਨਾਲ ਵਿਛਾ ਕੇ ਤੇ ਕਹਿ ਦਿਓ ਜੀ ਕਿ ਇਹ ਤੇ ਦੇਸ਼ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ। ਬਿਲਕੁਲ ਠੀਕ ਹੈ ਦੋਸਤੋ, ਇਹ ਸੱਚੀਓ ਵੱਡਾ ਸਵਾਲ ਖੜਾ ਹੋ ਗਿਆ। ਮੇਰੇ ਵੀ ਕੁਝ ਪਲ ਲਈ ਜਿਹੜਾ ਖਿਆਲਾਂ ਦਾ ਜਵਾਰ ਭਾਟਾ ਪੈਦਾ ਹੋ ਗਿਆ। ਸੱਚੀ ਅਸੀਂ ਕਿੱਥੇ ਖੜੇ ਆ? ਦੇਸ਼ ਦੇ ਪ੍ਰਧਾਨ ਮੰਤਰੀ ਔਰ ਰਾਜਕਾਰ ਦੀ ਪਾਰਟੀ ਨੇ ਸੱਤਾ ਦਾ ਕੇਂਦਰੀਕਰਨ ਕਰਤਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਫੈਸਲੇ ਆਪਣੀ ਮਨ ਇੱਛਤ ਨਤੀਜੇ ਲੈਣ ਲਈ ਕਰ ਲਏ, ਕਿਸੇ ਨੂੰ ਕੁਛ ਕਰਨਾ ਦਿੱਤਾ, ਬਿਲਕੁਲ ਦਰੁਸਤ ਆ। ਲੇਕਿਨ ਜਿਹੜੀਆਂ ਪਾਰਟੀਆਂ ਸਾਲਾਂ ਤੱਕ ਭਾਈਵਾਲ ਰਹੀਆਂ, ਜਿਹੜੀਆਂ ਪਾਰਟੀਆਂ ਸਰਕਾਰਾਂ ਚਲਾ ਰਹੀਆਂ ਰਾਜ ਦੀਆਂ, ਜਿਹੜੀਆਂ ਪਾਰਟੀਆਂ ਸਟਰਗਲ ਕਰ ਰਹੀਆਂ ਅੱਗੇ ਆਉਣ ਨੂੰ, ਰਾਜ ਸੱਤਾ ਸੰਭਾਲਣ ਨੂੰ, ਭਾਵੇਂ ਉਹ ਕਾਂਗਰਸ ਹੈ, ਭਾਵੇਂ ਬਸਪਾ ਹੈ, ਸਮਾਜਵਾਦੀ ਪਾਰਟੀ ਹੈ ਔਰ ਸਾਡੇ ਵਾਲੇ ਬਾਦਲ ਕੇ ਨੇ, ਕਿਹੜੀ ਪਾਰਟੀ ਸੱਤਾ ਦੇ ਕੇਂਦਰੀਕਰਨ ਤੋਂ ਬਚੀ ਹੈ? ਕਿਹੜੀ ਪਾਰਟੀ ਦਾ ਪ੍ਰਮੁੱਖ ਸਭ ਤੋਂ ਵੱਧ ਤਾਕਤਵਰ ਨਹੀਂ? ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਸਪਾ ਦੇ ਲੋਕਲ ਲੀਡਰ ਤੱਕ ਹਰ ਬੰਦਾ ਜਿਹਦੇ ਕੋਲ ਤਾਕਤ ਆ ਉਹ ਦੂਜੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਸਾਰੀ ਤਾਕਤ ਜੇਬ 'ਚ ਪਾ ਕੇ ਬੈਠਾ। ਚੁਣੇ ਹੋਏ ਨੁਮਾਇੰਦੇ MLA ਸੋਚਦੇ ਆ ਅਸੀਂ ਹਲਕੇ ਦੇ ਰਾਜੇ ਆ। ਮੁੱਖ ਮੰਤਰੀ ਕਹਿੰਦਾ ਹਾਂ ਹਲਕੇ 'ਚ ਪੁੱਛ ਕੇ ਕਰੋ ਜੋ ਕਰਨਾ। ਜੇ ਕੋਈ ਮਿਨਿਸਟਰ ਜਿਹੜਾ ਸਹੁੰ ਚੁੱਕਦਾ, ਸਰਕਾਰ ਦੇ ਵਿੱਚ ਸਹੁੰ ਚੁੱਕਣ ਵਾਲਾ ਮਿਨਿਸਟਰ ਪੂਰੀ ਸਟੇਟ ਦਾ ਹੁੰਦਾ, ਸਹੀ ਗੱਲ, ਉਹ ਕਿਸੇ MLA ਦੀ ਇੱਛਾ ਦੇ ਖਿਲਾਫ ਕਿਸੇ ਹਲਕੇ 'ਚ ਚਲੇ ਜਾਏ। ਤੁਹਾਨੂੰ ਯਾਦ ਹੈ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਸੁਲਤਾਨਪੁਰ ਲੋਧੀ ਚਲੇ ਗਏ ਸੀ ਤੇ ਨਵਤੇਜ ਚੀਮਾ ਜਿਹੜੇ ਉੱਥੋਂ ਦੇ MLA ਸੀ ਉਹਨਾਂ ਨੇ ਭੜਥੋ ਦਿੱਤੇ। ਬਿਲਕੁਲ ਠੀਕ ਹੈ। ਅੱਜ ਪ੍ਰੋਟੋਕਾਲ ਇਹ ਬਣਾ ਲਿਆ ਕਿ ਤੁਸੀਂ ਹਲਕਿਆਂ ਦੇ ਇੰਚਾਰਜ ਤੋਂ ਪੁੱਛੇ ਬਿਨਾ ਕੋਈ ਨਿਯੁਕਤੀ ਨਹੀਂ ਕਰ ਸਕਦੇ, ਕੋਈ ਐਂਟਰੀ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ, ਜਿਹੜੇ 12-12, 13-13, 14-14 ਹਲਕਿਆਂ ਚੋਂ ਚੁਣ ਕੇ ਆਉਂਦੇ ਆ,
ਉਹ ਉਸ ਹਲਕੇ ਦੇ ਐਮਐਲਏ ਦੀ ਇੱਛਾ ਦੇ ਖਿਲਾਫ ਗੇੜਾ ਵੀ ਨਹੀਂ ਮਾਰ ਸਕਦੇ। ਨਾ ਸਵਾਲ ਨਹੀਂ ਪੈਦਾ ਹੁੰਦਾ। ਭਾਵੇਂ ਕਿਸੇ ਸਰਪੰਚ ਦੇ, ਪੰਚ ਦੇ, ਕਿਸੇ ਬਹੁਤ ਵੱਡੇ ਸਮਰਥਕ ਦੇ ਘਰੇ ਭੋਗ ਹੋਵੇ, ਬਿਲਕੁਲ, ਭਾਵੇਂ ਕਿਸੇ ਦੀ ਖੁਸ਼ੀ ਦਾ ਮੌਕਾ ਹੋਵੇ, ਕੁਝ ਵੀ ਹੋਵੇ, ਕਿਸੇ ਈਵੈਂਟ 'ਚ ਹਿੱਸਾ ਲੈਣ ਲਈ ਤੁਹਾਨੂੰ ਐਮਐਲਏ ਦੀ ਮਨਜ਼ੂਰੀ ਲੈਣੀ ਪੈਂਦੀ। ਇਹਨੂੰ ਕੀ ਕਹੋਗੇ? ਇਹਨੂੰ ਕੇਂਦਰੀਕਰਨ ਕਹੋਗੇ ਕਿ ਵਿਕੇਂਦਰੀਕਰਨ ਕਹੋਗੇ? ਕੱਲ ਪਤਾ ਕੀ ਹੈ ਜੀ, ਤੁਸੀਂ ਸਵਾਲ ਜਿਹੜਾ ਨਾ ਉਹਦਾ ਜਵਾਬ ਦੇ ਦਿੰਦੇ ਹੋ ਜੀ। ਕੇਂਦਰੀਕਰਨ ਤੇ ਚਲੋ ਸਮਝ ਮੰਨਿਆ ਜਾ ਸਕਦਾ, ਜਿਹੜਾ ਵਿਕੇਂਦਰੀਕਰਨ ਆ ਉਹਦਾ ਵੀ ਥੋੜਾ ਜਿਹਾ ਸੰਧੀ ਛੇਦ ਕਰ ਲਓ। ਦੱਸੋ। ਜਦੋਂ ਵਿਕ ਗਿਆ, ਹਰ ਚੀਜ਼ ਖਰੀਦੀ ਹੋਈ ਆ ਤੁਸੀਂ ਜੀ, ਦੋ ਚੀਜ਼ਾਂ ਸੱਤਾ ਦੇ ਵਿੱਚ ਇਸ ਵੇਲੇ ਜਿਹੜੇ ਵੀ ਲੋਕ, ਚਾਹੇ ਉਹ ਲੋਕ ਜਿਹੜੇ ਪਿਛਲੇ 60 ਸਾਲ ਰਾਜ ਕੀਤਾ ਜੀ, ਜਾਂ ਉਹ ਲੋਕ ਜਿਹੜੇ ਪਿਛਲੇ 15 ਸਾਲ ਤੋਂ ਕਾਬਜ, ਜੀ, ਜਿਨ੍ਹਾਂ ਨੂੰ ਮਰਜ਼ੀ ਤੁਸੀਂ ਜਿਹੜੇ ਪਾਸੇ ਮਰਜ਼ੀ ਲੈ ਲਓ। ਪੰਜਾਬ ਦੇ ਵਿੱਚ ਵੀ ਉਹੀ ਹਾਲ ਹੈ। ਇੱਕ ਉੱਤਰ ਕਾਟੋ ਮੈਂ ਚੜਾਂ, 5 ਸਾਲ ਤੂੰ 5 ਸਾਲ ਮੈਂ, 5 ਸਾਲ ਤੂੰ 5 ਸਾਲ ਮੈਂ, ਪਿਛਲੇ 70 ਤੋਂ 72 ਸਾਲ ਤੋਂ ਇਹੋ ਕੁਝ ਹੀ ਪ੍ਰਵਿਰਤੀ ਚੱਲਦੀ ਹੈ। ਇਸ ਤੋਂ ਵੱਧ ਕੁਝ ਨਹੀਂ। ਬਿਲਕੁਲ। ਅਸੀਂ ਜੇ ਪੰਜਾਬ ਦੀ ਵੀ ਗੱਲ ਕਰੀਏ ਜਾਂ ਕੇਂਦਰ ਦੀ ਗੱਲ ਕਰੀਏ, ਜਿਹੜੀ ਪ੍ਰਵਿਰਤੀ 1975 ਦੀ ਐਮਰਜੈਂਸੀ ਦੇ ਵਿੱਚ ਸੀ ਜੀ ਕਿ ਮੈਂ ਹੂੰ ਬਸ ਆਈ ਐਮ, ਇਹ ਤੋਂ ਗਾਂ ਕੁਛ ਨਹੀਂ। ਅੱਜ ਅਗਰ ਉਹੀ ਲੋਕ ਇਹ ਕਹਿਣ ਕਿ ਅਸੀਂ ਕੇਂਦਰੀਕਰਨ, ਰਾਜਾਂ ਨੂੰ ਵੱਧ ਅਧਿਕਾਰ, ਰਾਜਾਂ ਨੂੰ ਤਾਕਤਾਂ, ਤੇ ਸਵਾਲ ਬਣਦਾ ਕਿ ਉਦੋਂ ਜਿਹੜੇ ਰਾਜ ਲਈ ਅਧਿਕਾਰ ਮੰਗਦੇ ਸੀ ਉਹ ਦੇਸ਼ ਧਰੋਹੀ ਸੀ। ਅੱਜ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਨੇ 10-10 ਸਾਲ ਸੱਤਾ ਦਾ ਆਨੰਦ ਮਾਣਿਆ, ਆਖਰਕਾਰ ਉਹ ਦੋਨੇ ਪਾਸੇ ਨੇ ਨਾ। ਹੁਣ ਉਹਨਾਂ ਨੂੰ ਯਾਦ ਆ ਗਿਆ ਅਸੀਂ ਉਦੋਂ ਅਧਿਕਾਰ ਨਹੀਂ ਮੰਗੇ, ਉਸ ਤੋਂ ਬਾਅਦ 10 ਸਾਲ ਬਾਅਦ ਅਸੀਂ ਚੁੱਪ ਰਹਿ ਗਏ, ਹੁਣ ਸਾਨੂੰ ਅਧਿਕਾਰ ਚਾਹੀਦੇ ਆ। ਕਿਹਦੇ ਲਈ ਚਾਹੀਦੇ ਆ? ਸੂਬੇ ਲਈ। ਜੀ। ਅਸਲ ਦੇ ਵਿੱਚ ਉਹਨਾਂ ਨੂੰ ਉਹ ਅਧਿਕਾਰ, ਉਹ ਖੁਦ ਮੁਖਤਾਰੀ ਕਿਸ ਚੀਜ਼ ਲਈ ਚਾਹੀਦੀ ਹੈ ਕਿ ਸਾਡੀ ਜਿਹੜੀ ਸੱਤਾ ਖੋ ਚੁੱਕੀ ਹੈ ਵਾਪਸ ਆ ਜਾਵੇ। ਬਿਲਕੁਲ ਠੀਕ ਕਹਿ ਰਹੇ ਹੋ। ਇਹ ਵੱਡਾ ਸਵਾਲ ਹੈ ਕਿ ਜਦੋਂ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਮਤੇ ਦੇ ਨਜ਼ਰੀਓਂ ਗੱਲ ਕਰਦਾ ਜੀ, ਜਦੋਂ ਇੰਨੇ ਸਾਲ 78 ਤੋਂ ਬਾਅਦ 78 ਤੋਂ ਅੱਜ 2020 ਚ ਇੱਕ ਕਮੇਟੀ ਕਾਇਮ ਕਰਦਾ ਹੈ ਕਿ ਅਸੀਂ ਉਹਨਾਂ ਰਾਜਾਂ ਜਾਂ ਉਹਨਾਂ ਖੇਤਰੀ ਪਾਰਟੀਆਂ ਨਾਲ ਸੰਪਰਕ ਸਾਧਾਂਗੇ ਕਿ ਕੇਂਦਰ ਦੇ ਖਿਲਾਫ ਇੱਕ ਮੁਹਿੰਮ ਛੇੜੀਏ, ਤਾਂ ਜੋ ਜਿਹੜਾ ਕੇਂਦਰ ਰਾਜਾਂ ਦੇ ਅਧਿਕਾਰਾਂ ਤੇ ਲੱਤ ਰੱਖ ਕੇ ਬਹਿ ਗਿਆ, ਜਿਹੜਾ ਕੇਂਦਰ ਸੂਬਿਆਂ ਨੂੰ ਅੱਖੋਂ ਪਰੋਖੇ ਕਰਦਾ, ਜਿਹੜਾ ਸੂਬਿਆਂ ਦੇ ਅਧਿਕਾਰ ਖੇਤਰ 'ਚ ਦਖਲ ਦਿੰਦਾ, ਉਸ ਕੇਂਦਰ ਦੇ ਖਿਲਾਫ ਇੱਕ ਸਮੂਹਿਕ ਯੁੱਧ ਹੋਵੇ। ਉਹ ਇਹ ਭੁੱਲ ਜਾਂਦਾ ਹੈ ਕਿ ਤੁਸੀਂ ਆਪ ਫੈਸਲੇ ਕਰਨ ਲੱਗੇ ਆਪਣੇ ਘਰੇ ਬਹਿ ਕੇ ਕਰ ਲੈਂਦੇ ਹੋ, ਲੇਕਿਨ ਤੁਸੀਂ ਆਪ ਫੈਸਲੇ ਕਰਨ ਲੱਗਿਆ ਤੁਸੀਂ ਸੱਤਾ ਦੇ ਵਿਕੇਂਦਰੀਕਰਨ ਦੀ ਗੱਲ ਕਰਦੇ ਹੋ। ਵਿਕੇਂਦਰੀਕਰਨ ਦਾ ਮਤਲਬ ਕਿ ਕੇਂਦਰ ਰਾਜ ਦੇ ਅਧਿਕਾਰਾਂ ਤੇ ਹਨਨ ਨਾ ਕਰੇ, ਡਾਕਾ ਨਾ ਮਾਰੇ। ਜਿਹੜੇ ਸੰਵਿਧਾਨ ਦੇ ਵਿੱਚ ਰਾਜਾਂ ਨੂੰ ਹੱਕ ਹਕੂਕ ਮਿਲਿਆ ਉਹ ਫੈਸਲੇ ਰਾਜਾਂ ਨੂੰ ਕਰਨ ਦੇਵੇ। ਰਾਜਾਂ ਦਾ ਮਾਲੀਆ, ਰਾਜਾਂ ਦੀ ਆਰਥਿਕਤਾ ਸੂਬਿਆਂ ਦੇ ਮੁਖੀ ਉਹ ਨਿਰਧਾਰਿਤ ਕਰਨ ਕਿ ਉਹਨਾਂ ਨੂੰ ਪੈਸੇ ਕਿੰਨੇ ਆ ਰਹੇ ਤੇ ਕਿਵੇਂ ਆ ਰਹੇ। ਇਸ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਇਹ ਮੰਗ ਰੱਖਣੀ ਹੈ ਤੇ ਪਹਿਲਾਂ ਘਰ ਨੂੰ ਠੀਕ ਕਰਕੇ ਤੁਰਨਾ ਹੋਊਗਾ। ਮੂਲ ਭਾਵਨਾ ਇਹ ਹੈ ਕਿ ਅਕਾਲੀ ਦਲ ਦੇ ਅੰਦਰ ਫੈਸਲੇ 117, ਚਲੋ 117 ਤੇ ਛੱਡ ਲਈਏ, 23 ਬੀਜੇਪੀ ਕੋਲ ਸੀ। ਸਾਰੇ ਹਲਕਿਆਂ ਦੇ ਵਿੱਚ ਕੀ ਹੋਣਾ ਫੈਸਲਾ ਉੱਪਰ 2 ਲੋਕ ਕਰਨ ਜੀ। ਫਿਰ ਉਸ ਤੋਂ ਬਾਅਦ ਤੁਸੀਂ ਕਿਸ ਹਲਕੇ ਦੇ ਵਿੱਚ ਕਿਹਨੂੰ ਚੇਅਰਮੈਨ ਦੇਣੀ ਤੁਸੀਂ ਕਰੋ, ਤੁਸੀਂ ਇਹ ਫੈਸਲਾ ਕਰੋ ਕਿ ਸ਼੍ਰੋਮਣੀ ਕਮੇਟੀ ਦੀ ਟਿਕਟ ਕਿਹਨੂੰ ਦੇਣੀ, ਉੱਤੋਂ ਕਰੋ। ਫਿਰ ਜਿਹੜੀਆਂ ਪਾਰਟੀਆਂ ਦੀਆਂ ਐਗਜ਼ੈਕਟਿਵ ਬਾਡੀਜ਼ ਨੇ, ਕੋਰ ਕਮੇਟੀਜ਼ ਨੇ ਜਾਂ ਬਾਕੀ ਸਾਰੇ ਨੇ, ਉਹ ਸਿਰਫ ਜਸਮੈਨ ਰਹਿ ਜਾਂਦੇ। ਬਿਲਕੁਲ, ਤੁਹਾਡੀਆਂ ਲਿਫਾਫੇ ਨਿਕਲਦੇ ਨੇ, ਪਰਚੀਆਂ ਨਿਕਲਦੀਆਂ ਨੇ ਸਾਰੇ ਪਾਸੇ। ਫੈਸਲੇ ਇੱਕ ਬੰਦਾ ਕਰ ਲੇ ਜਾਂ ਅਧਿਕਾਰ ਲੈ ਲੇ। ਅੱਜ ਵੀ ਉਹੀ ਆ, ਕਾਂਗਰਸ ਦਾ ਵੀ ਉਹੀ ਹਾਲ ਆ। ਕੋਈ ਫੈਸਲਾ ਆ, ਕਹਿੰਦੇ ਜੀ ਪਾਰਟੀ ਹਾਈ ਕਮਾਨ ਨੂੰ ਚਲੇ ਗਿਆ ਜੀ, ਤੇ ਪਾਰਟੀ ਹਾਈ ਕਮਾਨ ਜਿਹੜੀ ਆ ਉਹ ਪਤਾ ਲੱਗਦਾ ਜੀ 10 ਜਨਪਥ ਤੇ ਬੈਠੀ ਹੋਈ ਆ। ਬਿਲਕੁਲ, ਦੇਸ਼ ਜਨਪਥ ਨੂੰ ਅੰਮ੍ਰਿਤਸਰ ਦਾ ਨਹੀਂ ਪਤਾ, ਪੰਜਾਬ ਦਾ ਨਹੀਂ ਪਤਾ, ਕੁਛ ਨਹੀਂ ਪਤਾ। ਲੇਕਿਨ ਸਵਾਲ ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਤੁਸੀਂ ਲੋਕਤੰਤਰ ਮੰਨ ਲਿਆ, ਪਹਿਲੀ ਗੱਲ ਤੁਸੀਂ ਇਸ ਦੇਸ਼ ਨੂੰ ਲੋਕਤੰਤਰ ਮੰਨਦੇ ਹੋ ਜਾਂ ਨਹੀਂ ਮੰਨਦੇ ਜੀ। ਜੇ ਲੋਕਤੰਤਰ ਹੈ ਤੇ ਜੇ ਹਰ ਇੱਕ ਨੂੰ ਵੋਟ ਦਾ ਅਧਿਕਾਰ ਹੈ ਤੇ ਹਰ ਇੱਕ ਨੂੰ ਉਹਦਾ ਬਰਾਬਰ ਦਾ ਹੱਕ ਮਿਲਣ ਦਾ ਅਧਿਕਾਰ ਕਿਉਂ ਨਹੀਂ ਹੈ? ਇੱਕ ਇੱਕ ਕਰਕੇ ਸਰਦਾਰ ਸਾਹਿਬ ਮਸਲੇ ਨੂੰ ਫੜੀਏ। ਜਦੋਂ ਮੈਂ ਅਕਾਲੀ ਦਲ ਨੂੰ ਫੜਿਆ ਸੀ, ਇਸ ਕਰਕੇ ਫੜਿਆ, ਬਾਦਲ ਕਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਇਸ ਧਿਰ ਨੇ ਖੁਦ ਮੁਖਤਾਰੀ ਦਾ ਮਸਲਾ 78 ਚ ਉਠਾਇਆ। ਬਿਲਕੁਲ,
ਔਰ ਆਨੰਦਪੁਰ ਦਾ ਮਤਾ ਬੇਸ ਦੇ ਵਿੱਚ 84 ਤੱਕ ਇਹ ਖੁਦ ਮੁਖਤਾਰੀ ਦਾ ਰਾਗ ਪੂਰੀ ਤਰ੍ਹਾਂ ਗਾਇਆ ਗਿਆ। ਲੇਕਿਨ ਜਦੋਂ ਅਸੀਂ ਦੇਖਦੇ ਆ 1997 ਤੋਂ ਅੱਗੇ ਜੀ ਸਾਰਾ ਕੁਝ ਹੌਲੀ ਹੌਲੀ, ਪਹਿਲਾਂ ਚਲੋ 5-4 ਲੀਡਰ ਵੱਡੇ ਹੁੰਦੇ ਸੀ, ਜੀ ਉਹਨਾਂ ਚਟੋੜਾ ਸੀ ਜਾਂ ਤਲਵੰਡੀ ਸਾਹਿਬ ਸੀ ਜਾਂ ਕੁਝ ਹੋਰ, ਸਹੀ ਗੱਲ। ਕੈਪਟਨ ਕਵਲਜੀਤ ਦਾ ਰੋਲ ਸੀਗਾ ਜੀ। ਔਰ ਰਾਦਰ ਹੋਰ 4-5 ਵੱਡੇ ਲੀਡਰ ਸੀ ਜਿਨ੍ਹਾਂ ਦੇ ਵਿੱਚ ਹੁਣ ਜਿਹੜੇ ਢੀਂਡਸਾ ਸਾਹਿਬ ਵੱਖਰੇ ਹੋ ਗਏ। ਜੀ ਹੁਣ ਅੱਗੇ ਅੱਗੇ ਤੁਰਦੇ ਆ ਤੇ 2007 ਤੋਂ 12 ਤੱਕ ਆਉਂਦਿਆਂ ਜੀ। ਟੋਟਲ ਸੱਤਾ ਦਾ ਕੇਂਦਰੀਕਰਨ ਇੱਕ ਹੀ ਜਗ੍ਹਾ ਹੋ ਗਿਆ। ਜੀ ਜੇਕਰ ਤੁਸੀਂ ਇੰਨੇ ਸਾਲਾਂ ਬਾਅਦ ਮੁੜ ਕੇ ਉਹ ਜੰਗ ਸ਼ੁਰੂ ਕਰਨੀ ਜਿਹੜੀ 78 ਚ ਸ਼ੁਰੂ ਕੀਤੀ ਸੀ, ਜੀ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਘਰੋਂ ਤੁਰਨਾ ਪੈਣਾ ਸੀ। ਸਹੀ ਗੱਲ ਹੈ। ਫਿਰ ਤੁਹਾਨੂੰ ਆਪਣੇ ਹੱਕ ਹਕੂਕ ਜਿਹੜੇ ਹੱਕ ਹਕੂਕ, ਭਾਵੇਂ ਜੀ। ਉਹ ਚੰਦੂ ਮਾਜਰਾ ਹੋਣ, ਜੀ। ਜਥੇਦਾਰ ਤੋਤਾ ਸਿੰਘ ਹੋਣ, ਜੀ ਭੁੰਦੜ ਹੋਣ, ਬੀਬੀ ਜਗੀਰ ਕੌਰ ਹੋਣ, ਜਾਂ ਜਿਹੜੇ ਮਹੇਸ਼ ਚੰਦਰ ਗਰੇਵਾਲ ਹੋਣ, ਜੀ। ਜਿੰਨੇ ਵੀ ਲੋਕ ਨਾ ਜਿਨ੍ਹਾਂ ਦੇ ਅਜੇ 10-12-15 ਨਾਂ ਇਹਨਾਂ ਕੋ ਹੈ, ਜੀ ਸਰਦਾਰ ਨਿਰਮਲ ਸਿੰਘ ਕਾਹਲੋਂ ਹੋਣ, ਕਿ ਇਹਨਾਂ ਲੋਕਾਂ ਨੂੰ ਤੁਸੀਂ ਪੂਰੀ ਤਰ੍ਹਾਂ ਆਜ਼ਾਦੀ ਦਿੰਦੇ ਹੋ ਵੱਖ-ਵੱਖ ਮਸਲਿਆਂ ਤੇ ਫੈਸਲੇ ਕਰਨ ਦੀ। ਸਮੁੱਚੀ ਕਮੇਟੀ ਫੈਸਲੇ ਕਰੇ, ਬਹੁਸੰਮਤੀ ਨਾਲ ਫੈਸਲੇ ਹੋਣ। ਇਸ ਤੋਂ ਵੀ ਅਗਲੀ ਗੱਲ, ਕੀ ਤੁਸੀਂ ਅੱਜ ਤੱਕ ਆਉਂਦਿਆਂ ਇਹ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ 'ਚ ਵਾਪਰਦੀਆਂ ਘਟਨਾਵਾਂ ਲਈ ਸ਼੍ਰੋਮਣੀ ਕਮੇਟੀ ਦਾ ਅਜਲਾਸ ਬੈਠ ਕੇ ਫੈਸਲਾ ਕਰੇ, ਖੁੱਲੀ ਡਿਬੇਟ ਹੋਵੇ, 2 ਘੰਟੇ 3 ਘੰਟੇ 5 ਘੰਟੇ, ਮੰਨ ਲਓ 328 ਸਰੂਪਾਂ ਦਾ ਮਾਮਲਾ ਹੈ, ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਦਾ ਰਾਈਟ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਇੱਕ ਖੁੱਲੇ ਸੰਵਾਦ ਵਿੱਚ ਫੈਸਲੇ ਕਰਨ ਜਾਂ ਬਹੁਸੰਮਤੀ ਨਾ ਕਰਨ। ਸਪੋਜ਼ ਤੁਸੀਂ ਸਾਰਿਆਂ ਦੀ ਰਾਏ ਨਾਲ ਇੱਕ ਗੱਲ ਤੇ ਨਹੀਂ ਪਹੁੰਚ ਸਕਦੇ, ਲੇਕਿਨ ਤੁਸੀਂ ਇਹ ਗੱਲ ਤਾਂ ਬਣਾ ਸਕਦੇ ਹੋ ਕਿ ਜਿੰਨੇ ਵੀ ਮੈਂਬਰ ਆ ਉਹਨਾਂ ਦੇ ਵਿੱਚੋਂ VOTING ਕਰਾ ਲਓ ਕਿਸੇ ਮੁੱਦੇ ਦੇ ਉੱਤੇ। ਇਹ ਵੱਡੇ ਸਵਾਲ ਸੀ। ਪਹਿਲਾਂ ਤੁਸੀਂ ਇਹ ਐਡਰੈਸ ਕਰਕੇ ਫਿਰ ਅੱਗੇ ਤੁਰਦੇ। ਅਗਲੀ ਗੱਲ ਸਰਦਾਰ ਸਾਹਿਬ, ਜਦੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਪਾਰਟੀ ਨੂੰ ਦੇਖਦੇ ਹਾਂ, ਜਿਹੜੀ ਕਾਂਗਰਸ 10 ਜਨਵਰੀ ਤੋਂ ਚੱਲਦੀ ਜਾਂ ਰਾਹੁਲ ਗਾਂਧੀ ਦੇ ਘਰੋਂ ਚੱਲਦੀ, ਉਹਨੂੰ ਪਾਸੇ ਰੱਖ ਲਓ। ਇੱਥੇ ਕੈਪਟਨ ਅਮਰਿੰਦਰ ਸਿੰਘ ਦਾ ਏਕਾਧਿਕਾਰ ਹੈ। ਮੋਤੀ ਮਹਿਲ ਤੋਂ ਚੱਲਦੀ ਜਿਹੜੀ ਮੰਨ ਲਓ ਮੋਤੀ ਮਹਿਲ, ਹੋਰ ਤਾਂ ਕੋਈ ਨਵੀਂ ਜਗ੍ਹਾ ਆ ਗਈ ਨਹੀਂ, ਹੁਣ ਤੇ ਮੋਤੀਆਂ ਵਾਲੀ ਸਰਕਾਰ ਹੀ ਕਹਿਣਾ ਨਾ ਤੇ ਲੋਕਾਂ ਨੇ। ਫਿਰ ਸਰਦਾਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਏਕਾਧਿਕਾਰ ਹੈ। ਕਿਹਨੂੰ ਮਿਨਿਸਟਰੀ ਦੇਣੀ ਆ, ਰਿਕਮੈਂਡੇਸ਼ਨ ਇਹਨਾਂ ਦੀ ਚੇਅਰਮੈਨ ਹੀ ਕਿਹਨੂੰ ਦੇਣੀ, ਕਿਹਨੂੰ ਦੇਣੀ, ਰਿਕਮੈਂਡੇਸ਼ਨ ਇਹਨਾਂ। ਹੁਣ ਕੀ ਇਹਨਾਂ ਨੇ ਇਸ ਤਰ੍ਹਾਂ ਦੇ ਫੈਸਲੇ ਕੀਤੇ ਕਿ ਜਿਹੜੇ ਵਿਧਾਇਕ ਦਲ ਨੇ ਤੁਹਾਨੂੰ ਨੇਤਾ ਚੁਣ ਲਿਆ, ਜੀ ਉਸ ਵਿਧਾਇਕ ਦਲ ਨੂੰ ਤੁਸੀਂ ਸਮੂਹਿਕ ਤੌਰ ਤੇ ਕਿੰਨੀ ਵਾਰੀ ਖੁੱਲੇ ਮੰਚ ਤੋਂ ਸੱਦਿਆ? ਜੀ ਦੇਖੋ, ਡਿਨਰ ਦੇਣੇ, ਲੰਚ ਦੇਣੇ, ਜੀ। ਇਹ ਇੱਕ ਅਲੱਗ ਡਿਪਲੋਮੇਸੀ। ਲੇਕਿਨ ਇਸ ਤੋਂ ਇਲਾਵਾ ਫੈਸਲਾਕੁਨ ਨਤੀਜਿਆਂ ਲਈ, ਫੈਸਲਾਕੁਨ ਦੌਰ ਲਈ ਕਦੇ ਐਮਐਲਏਜ਼ ਨੂੰ ਹੱਕ ਹਕੂਕ ਦਿੱਤੇ ਕਿ ਆਓ ਆਪਣੀ ਰਾਏ ਰੱਖੋ, ਉਸ ਰਾਏ ਦੇ ਆਧਾਰ ਤੇ ਫੈਸਲਾ ਹੋਵੇ? ਇਹ ਵੱਡਾ ਸਵਾਲ ਹੈ ਕਿ ਕੀ ਤੁਹਾਡੀ ਸੱਤਾ ਕੇਂਦਰੀਕ੍ਰਿਤ ਨਹੀਂ, ਤੁਹਾਡੀ ਸੱਤਾ ਸਿਰਫ ਇੱਕ ਘਰ ਤੱਕ ਸੀਮਤ ਨਹੀਂ, ਹਰ ਚੀਜ਼ ਲਈ ਮੁੱਖ ਮੰਤਰੀ ਵੱਲ ਵੇਖਿਆ ਜਾ ਰਿਹਾ, ਮੁੱਖ ਮੰਤਰੀ ਅਫਸਰਸ਼ਾਹੀ ਤੇ ਨਿਰਭਰ ਹੋ ਜਾਂਦੇ ਆ। ਸੋ ਇਹ ਵੱਡੇ ਸਵਾਲ ਆ। ਇਹ ਦੋ ਵੱਡੀਆਂ ਪਾਰਟੀਆਂ ਦਾ ਜੋ ਇਸ ਵੇਲੇ ਹਸ਼ਰ ਹੈ, ਉਹਦੇ ਵਿੱਚ ਇਹ ਸਾਫ਼ ਹੈ ਕਿ ਜਦੋਂ ਇਹ ਦੋਵੇਂ ਮੰਗ ਕਰਨਗੀਆਂ ਮੋਦੀ ਤੋਂ, ਮੋਦੀ ਜਿਹੜੇ ਕਿਸੇ ਵੀ ਗੱਲ ਲਈ ਕਿਸੇ ਨੂੰ ਜਵਾਬਦੇਹੀ ਹੀ ਨਹੀਂ ਗਏ, ਤਾਕਤਵਰ ਹੀ ਇੰਨੇ ਕਰਤੇ ਗਏ ਕਿ ਉਹ ਜੋ ਫੈਸਲਾ ਲੈਂਦੇ ਆ ਉਹ ਫੈਸਲਾ ਸਰਵ ਵਿਆਪਕ ਹੋ ਰਿਹਾ। ਉਹਨਾਂ ਨੂੰ ਲੱਗਦਾ ਕਿ ਮੈਂ ਕੁਝ ਗਲਤ ਕਰ ਹੀ ਨਹੀਂ ਰਿਹਾ। ਅੱਜ ਤੁਸੀਂ ਉਸ ਵਿਅਕਤੀ ਵਿਸ਼ੇਸ਼ ਕੋਲੋਂ, ਜਿਹੜਾ ਵਿਅਕਤੀ ਮੈਂ ਨਾ ਮਾਨੂ ਦੀ ਪ੍ਰਵਿਰਤੀ ਬਣਾ ਕੇ ਬਹਿ ਗਿਆ, ਉਹ ਤੋਂ ਮੰਗ ਕਰਨ ਤੋਂ ਪਹਿਲਾਂ ਆਪਣੇ ਗਰੀਬਾਂ 'ਚ ਝਾਕਦੇ ਹੋ? ਨਹੀਂ ਝਾਕਦੇ। ਇਹ ਵੱਡਾ ਸਵਾਲ ਆ ਕਿ ਕੀ ਤੁਸੀਂ ਆਪਣੇ ਨਾਲ ਕੰਮ ਕਰਦੇ ਲੋਕਾਂ ਨੂੰ ਕਦੇ ਸੱਤਾ ਦੇ ਵਿੱਚ ਭਾਈਵਾਲ ਬਣਾਇਆ? ਕਦੇ ਤੁਸੀਂ ਜਿਹੜੀ ਦ੍ਰਿਸ਼ਟੀ ਨਾਲ ਦੂਜੇ ਪਾਸਿਓਂ ਆਸ ਕਰਦੇ ਹੋ, ਉਹ ਦ੍ਰਿਸ਼ਟੀ ਆਪਣੇ ਤੋਂ ਥੱਲੇ ਵਾਲਿਆਂ ਨਹੀਂ ਰੱਖੀ? ਸੋ ਇਹ ਵੱਡੇ ਸਵਾਲ ਆ। ਇਸ ਤੋਂ ਅੱਗੇ ਤੁਸੀਂ ਬੇਸ਼ੱਕ ਚਲੇ ਜਾਓ ਢੀਂਡਸਾ ਸਾਹਿਬ ਵੱਲ, ਬੇਸ਼ੱਕ ਤੁਸੀਂ ਆਮ ਆਦਮੀ ਪਾਰਟੀ ਵੱਲ, ਭਗਵੰਤ ਮਾਨ ਵੱਲ ਚਲੇ ਜਾਓ, ਅੱਗੇ ਇੱਕ ਇੱਕ ਕਰਕੇ ਇਹਨਾਂ ਦੀ ਗੱਲ ਕਰਦੇ ਆ। ਸੋ ਮੈਂ ਤੁਹਾਡੀ ਇੱਥੇ ਬਹੁਤ ਜ਼ਰੂਰੀ ਟਿੱਪਣੀ ਚਾਹੂੰਗਾ। ਕਾਰਨ ਤੇ ਬੜਾ ਸਾਫ਼ ਹੈ ਕਿ ਜਦੋਂ ਸੱਤਾ ਦਾ ਕੇਂਦਰੀਕਰਨ ਜਿਹੜਾ ਆ ਜੀ ਆਪਣੇ ਕੋਲ ਰੱਖਣਾ ਆ, ਉਦੋਂ ਜਿੰਨੇ ਲੋਕਾਂ ਤੋਂ ਤੁਹਾਨੂੰ ਇਹ ਆਸ ਸੀ ਜੀ, ਜਾਂ ਕਿਤੇ ਸ਼ੰਕਾ ਪੈ ਗਈ ਕਿ ਇਹ ਕਿਤੇ ਕੱਲ ਨੂੰ ਕੋਈ ਸਵਾਲ ਨਾ ਪੁੱਛ ਲੈ, ਮੇਰੀ ਕੁਰਸੀ ਵੱਲ ਝਾਕ ਨਾ ਰੱਖੇ, ਜੀ, ਤੁਸੀਂ ਸੱਤਾ ਉਹਨਾਂ ਲੋਕਾਂ ਦੇ ਪਰਿਵਾਰਾਂ ਵਿੱਚ ਵੰਡ ਦਿੱਤੀ। ਬਿਲਕੁਲ, ਇਹਨੂੰ ਤੁਸੀਂ ਸੱਤਾ ਦਾ ਵਿਕੇਂਦਰੀਕਰਨ ਕਹਿ ਲਓ। ਕਿਹੜਾ ਸਿਆਸੀ ਲੀਡਰ ਹੈ, ਚਾਹੇ ਉਹ ਅਕਾਲੀ ਦਲ ਦਾ ਤੇ ਚਾਹੇ ਉਹ ਕਾਂਗਰਸ ਦਾ ਤੇ ਚਾਹੇ ਉਹ ਕਿਸੇ ਹੋਰ ਪਾਰਟੀ ਦਾ, ਜਿਹਦੇ ਪਰਿਵਾਰ 'ਚ ਸੱਤਾ ਨਹੀਂ ਗਈ? ਬਿਲਕੁਲ ਗਈ ਹੈ। ਜਦੋਂ ਸੱਤਾ ਪਰਿਵਾਰਾਂ 'ਚ ਚਲੇ ਗਈ ਤੇ ਫਿਰ ਮਾਫ ਕਰਨਾ ਰੰਧਾਵਾ ਜੀ, ਪਿੰਡ ਦੇ ਰਹਿਣ ਵਾਲੇ ਹੋ, ਤੁਹਾਨੂੰ ਪਤਾ ਵੀ ਗਾਂ ਦਾ ਜਾਂ ਮੱਝ ਦਾ ਕਿਤੇ ਜਿਹੜਾ ਬੱਚਾ ਆ ਉਹ ਮਰ ਵੀ ਜਾਵੇ ਤੇ ਉਹ ਦੁੱਧ ਨਹੀਂ ਦਿੰਦੀ।
ਇਹੋ ਹੀ ਹੁੰਦਾ ਨਾ, ਸਾਡੀ ਤਰਾਸਦੀ ਇਹੋ ਹੀ ਹੁੰਦੀ ਆ। ਫਿਰ ਉਹ ਇੱਕ ਡੰਮੀ ਜਿਹਾ ਲਿਆ ਕੇ ਉਹਦੇ ਅੱਗੇ ਸਾਹਮਣੇ ਰੱਖ ਦਿੰਦੇ ਆ, ਉਹ ਵਿਚਾਰੀ ਸਮਝਦੀ ਕਿ ਮੇਰਾ ਬੱਚਾ ਸਾਹਮਣੇ, ਤੇ ਦੁੱਧ ਦੇਣਾ ਸ਼ੁਰੂ ਕਰ ਦਿੰਦੀ ਆ। ਇਹ ਜਦੋਂ ਛਿਲਾਰੂ ਬੰਨ ਦਿੱਤੇ ਗਏ ਮਗਰ, ਲੀਡਰਸ਼ਿਪ ਦੇ ਮਗਰ, ਉਹਨਾਂ ਸਾਰਿਆਂ ਨੇ ਤੇ ਹੱਥ ਜੋੜ ਕੇ ਫਿਰ ਵੱਡੇ ਲੀਡਰ ਦੀ ਮੰਨਣੀ ਆ। ਫਿਰ ਉਹਨਾਂ ਦੇ ਉਹ ਤਾਕਤ ਖਤਮ ਹੋ ਜਾਂਦੀ ਆ ਕਿ ਜੀ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ। ਜਦੋਂ ਸਾਰੇ ਪਰਿਵਾਰ ਵੱਜ ਗਏ, ਪਰਿਵਾਰਾਂ ਦੇ ਜੀ ਕਹਿੰਦੇ ਨੇ ਕਿ ਪਾਪਾ ਤੂੰ ਕੀ ਲੈਣਾ ਵਾ, ਸਾਡੇ ਘਰ ਸੱਤਾ ਆ ਗਈ ਆ। ਔਰ ਇਹ ਸੱਤਾ ਲੋਕਾਂ, ਇਹ ਉਸ ਸੱਤਾ ਦੀ ਆਸ ਹੈ ਕਿ ਸਾਡਾ ਹੁਣ ਕੁਝ ਨਹੀਂ ਬਣਨਾ। ਜਿਹੜੇ ਲੋਕਾਂ ਨੂੰ ਨਾਲ ਜੋੜਿਆ ਸੀ ਕਿ ਤੇਰੇ ਬੱਚੇ ਨੂੰ ਚੇਅਰਮੈਨੀ ਦਿੱਤੀ, ਤੇਰੇ ਫਲਾਣੇ ਜੀ ਨੂੰ ਆ ਕੀਤਾ, ਹੁਣ ਜਦੋਂ ਸੱਤਾ ਨਹੀਂ ਰਹੀ ਤੇ ਹੁਣ ਸੂਬੇ ਦੀ ਸੱਤਾ ਦਾ ਸਵਾਲ ਆ ਗਿਆ, ਸੂਬੇ ਦੇ ਅਧਿਕਾਰਾਂ ਦਾ ਗੱਲ ਆ ਗਿਆ। ਤੁਸੀਂ ਬਹੁਤ ਪਿਆਰੀ ਗੱਲ ਕੀਤੀ ਆ ਕਿ ਜਦੋਂ ਇਹ ਪ੍ਰਵਿਰਤੀ ਪ੍ਰਕਾਸ਼ ਸਿੰਘ ਬਾਦਲ ਪੰਜਾਬ 'ਚ ਸ਼ੁਰੂ ਕਰਦੇ, ਬਿਲਕੁਲ ਸਹੀ ਗੱਲ ਹੈ। ਔਰ ਜਦੋਂ ਉਹਨਾਂ ਨੇ ਆਪਣਾ ਪੂਰਾ ਖਾਨਦਾਨ ਵਿੱਚ ਸਾਰਾ ਪਰਿਵਾਰ ਦੇਖ ਲਓ, ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਦੇਖ ਲਓ, ਸਾਰੇ ਪਰਿਵਾਰ ਦੇਖੋ ਤੁਸੀਂ। ਜਦੋਂ ਅਸੀਂ ਪੰਜਾਬ 'ਚ ਆਉਂਦੇ ਆ, ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਦੋਂ ਇਹ ਦੇਖਦੇ ਆ ਹਾਂ ਕਿ ਆਪਣੇ ਪਰਿਵਾਰ ਨੂੰ ਅੱਗੇ ਲਿਆਉਣ ਲਈ, ਆਪਣੇ ਬੇਟੇ ਦੀ ਖਾਤਰ ਬਾਕੀ ਸਾਰੇ ਜਿਹੜੇ ਸੀ ਉਹਨਾਂ ਦੇ ਪੁੱਤਰਾਂ ਨੂੰ ਵੀ ਗਾਂ ਤੋਰ ਲਿਆ, ਆਪਣੀ ਦੂਜੀ ਕਤਾਰ ਦੇ ਸਾਰੇ ਆਗੂਆਂ ਦੇ ਬੱਚੇ ਨਾਲ ਤੋਰ, ਸਾਰੇ ਨਾਲ ਜੋੜ ਦਿੱਤੇ। ਹੁਣ ਇੱਥੇ ਮਸਲਾ ਕਿੱਥੇ ਖੜਾ ਹੋ ਗਿਆ? ਇਸ ਤੋਂ ਪਹਿਲਾਂ ਜਿਹੜੀ ਲੀਡਰਸ਼ਿਪ ਆਉਂਦੀ ਸੀ ਸਕੂਲ ਕਾਲਜ ਦੇ ਜਿਹੜੇ ਫੈਡਰੇਸ਼ਨ ਸੀਗੀਆਂ, ਜੀ ਜੀ, ਯੂਨੀਅਨ ਸੀਗੀਆਂ, ਜੀ, ਉੱਥੋਂ ਨਿਕਲਦੀ ਸੀ। ਬਿਲਕੁਲ ਸਹੀ ਗੱਲ। ਉਹ ਜਿਹੜੀ ਲੀਡਰਸ਼ਿਪ ਸੀਗੀ ਉਹ ਸਿੱਖਿਅਤ ਹੁੰਦੀ ਸੀ। ਹਾਂ, ਉਹ ਥੱਲੇੋਂ ਸਿੱਖ ਕੇ ਆ ਰਹੀ ਸੀ, ਪੜਾਅ ਦਰ ਪੜਾਅ ਵਿਕਾਸ ਕਰ ਰਹੀ ਸੀ। ਬਿਲਕੁਲ ਸਹੀ ਗੱਲ। ਜਦੋਂ ਉਹ ਲੀਡਰਸ਼ਿਪ ਅੱਗੇ ਆਉਂਦੀ ਸੀ ਤੇ ਜਦੋਂ ਤੱਕ ਉਹਨਾਂ ਨੂੰ ਕੋਈ ਸੱਤਾ ਦੇ ਵਿੱਚ ਹਿੱਸਾ ਮਿਲਦਾ ਸੀ, ਉਹ ਮੈਚੁਰ ਹੋ ਜਾਂਦੇ ਸੀ। ਉਹਨਾਂ ਨੂੰ ਪਤਾ ਸੀ ਸਟਰਗਲ ਕੀ ਆ, ਸੰਘਰਸ਼ ਕੀ ਆ, ਅੱਗੇ ਕਿਵੇਂ ਤੁਰਨਾ। ਲੇਕਿਨ ਜਿੱਥੇ ਸਵਾਲ ਖੜਾ ਹੋ ਗਿਆ ਇਸ ਪ੍ਰਵਿਰਤੀ ਦਾ ਕਿ ਆਪਣੇ ਲੀਡਰਸ਼ਿਪ ਦੇ ਬੱਚੇ ਵਿੱਚ ਵੜ ਲਓ, ਸਹੀ ਗੱਲ, ਉਸ ਵੇਲੇ ਜਿਹੜੀ ਲੀਡਰਸ਼ਿਪ ਸਿੱਖਿਅਤ ਆ ਰਹੀ ਸੀ ਉਹਦੇ ਲਈ ਰਾਹ ਬੰਦ ਹੋ ਗਿਆ। ਉਹ ਰਾਹ ਬੰਦ ਹੋਣ ਨਾਲ ਲੀਡਰਸ਼ਿਪ ਜਿਹੜੀ ਆ ਉਹ ਸੱਤਾ ਕੇਂਦਰਿਤ ਰਹਿ ਗਈ, ਕਿਉਂਕਿ ਜਦੋਂ ਇੱਕ ਮਿਨਿਸਟਰ ਦਾ ਬੱਚਾ ਅੱਗੇ ਸਾਹਮਣੇ ਆਉਂਦਾ ਤੇ ਉਹ ਮਿਨਿਸਟਰੀ ਦੀ ਪਹਿਲਾਂ ਹੀ ਖੁਸ਼ਬੂ ਲੈ ਕੇ ਆਉਂਦਾ ਜੀ, ਉਹ ਮਿਨਿਸਟਰ ਬਣ ਕੇ ਹੀ ਆਉਂਦਾ ਜੀ। ਉਹ ਕਦੇ ਆਪਣੇ ਆਪ ਨੂੰ ਜਿਹੜਾ ਥੱਲੇ ਦਾ ਲੀਡਰ ਨਹੀਂ ਮੰਨਦਾ, ਨਹੀਂ, ਉਹਦੇ ਅੰਦਰ ਪ੍ਰਵਿਰਤੀ ਉਹ ਲੀਡਰਸ਼ਿਪ ਵਾਲੀ ਹੁੰਦੀ ਹੈ ਜਿਹੜੀ ਸੱਤਾ ਤੇ ਸਿਰ ਤੇ ਬੈਠੀ ਜੀ। ਸੋ ਜਿੰਨੇ ਨਵੇਂ ਮੁੰਡੇ ਆਏ, ਇਹਨਾਂ ਸਾਰਿਆਂ ਦੇ ਵਿੱਚ ਘਮੰਡ ਆਇਆ ਮਿਨਿਸਟਰ ਹੋਣ ਦਾ, ਸਹੀ ਗੱਲ, ਐਮਐਲਏ ਹੋਣ ਦਾ। ਤੁਸੀਂ ਪਾਣੀ ਪੀਓ ਤਦ ਤੱਕ ਮੈਂ ਤੁਹਾਡੀ ਗੱਲ ਨੂੰ ਅੱਗੇ ਤੋਰਦਾ ਕਿ ਇਹ ਗੱਲ ਇੱਥੇ ਨਹੀਂ ਖਤਮ ਹੋਈ। ਜਦੋਂ ਸੱਤਾ ਜਿਹੜੀ ਸੀਗੀ ਇਸ ਹੱਦ ਤੱਕ, ਇਸ ਪੜਾਅ ਤੱਕ ਆ ਗਈ ਜੀ ਕਿ ਮਿਹਨਤ ਦੀ ਲੋੜ ਨਹੀਂ ਹੈ, ਪੈਰਾਸ਼ੂਟ ਰਾਹੀਂ ਥੱਲੇ ਉਤਰੋ। ਬਿਲਕੁਲ ਠੀਕ ਹੈ। ਉਹਨਾਂ ਲੋਕਾਂ ਦਾ ਨਾ ਤੇ ਕੋਈ ਆਮ ਜਨਤਕ ਤਜਰਬਾ ਸੀ, ਜਿਹੜੇ ਬੱਚੇ ਸਕੂਲਾਂ ਚੋਂ ਕਾਲਜਾਂ ਚੋਂ ਸਫ਼ਰ ਕਰਕੇ ਆਉਂਦੇ ਸੀ, ਉਹਨਾਂ ਬੱਚਿਆਂ ਨੂੰ ਪਤਾ ਹੁੰਦਾ ਸੀ ਕਾਲਜਾਂ ਦੇ ਵਿੱਚ ਸਾਡੀ ਕੀ ਜ਼ਰੂਰਤ ਸੀ ਜੀ, ਕੀ ਸਾਨੂੰ ਮਿਲਦਾ ਸੀ, ਕੀ ਨਹੀਂ ਮਿਲਦਾ ਸੀ। ਹੁਣ ਜਦੋਂ ਬੱਚੇ ਸਾਰੇ ਵਿਦੇਸ਼ਾਂ ਤੋਂ ਪੜ੍ਹ ਕੇ ਆ ਰਹੇ ਨੇ, ਉਹਨਾਂ ਨੂੰ ਪੰਜਾਬ ਦੀ ਸਿੱਖਿਆ ਨੀਤੀ ਬਾਰੇ, ਪੰਜਾਬ ਦੀ ਸਿੱਖਿਆ ਬਾਰੇ ਕੋਈ ਗਿਆਨ ਨਹੀਂ ਹੈ ਜੀ। ਜਦੋਂ ਸਾਰੀ ਲੀਡਰਸ਼ਿਪ ਇਲਾਜ ਲਈ ਵਿਦੇਸ਼ਾਂ 'ਚ ਭੱਜੀ ਫਿਰਦੀ ਹੈ, ਫਿਰ ਤੁਹਾਡੀ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦੀ ਸਾਰ ਕੌਣ ਲੈਣ ਜਾਵੇ? ਨਹੀਂ ਸਰਦਾਰ ਜੀ, ਉਹ ਇੱਕ ਵੱਖਰਾ ਇਸ਼ੂ। ਦੇਖੋ, ਇਹ ਸੱਤਾ, ਇਹ ਅਧਿਕਾਰ ਤੁਸੀਂ ਦੇਣਾ ਸੀ ਸੂਬੇ ਨੂੰ, ਉਹ ਇੱਕ ਇਸ਼ੂ ਅਲੱਗ ਲਵਾਂਗੇ। ਲੇਕਿਨ ਜਿਸ ਇਸ਼ੂ ਤੇ ਅਸੀਂ ਖੜੇ ਆ ਉਹ ਇਹ ਹੈ ਕਿ ਇਸ ਲੀਡਰਸ਼ਿਪ ਨੂੰ, ਜਿਹੜੀ ਲੀਡਰਸ਼ਿਪ ਉੱਪਰੋਂ ਆ ਰਹੀ ਜੀ, ਜਿਹੜੀ ਸੱਤਾ ਚੋਂ ਸੱਤਾ ਵੱਲੋਂ ਆਉਂਦੀ, ਬਿਲਕੁਲ ਉਹਨਾਂ ਨੂੰ ਬੁਨਿਆਦੀ ਮੁਸ਼ਕਲਾਂ ਦਾ ਨਹੀਂ ਪਤਾ ਨਾ। ਉਹ ਫੈਡਰਲ ਢਾਂਚੇ ਨੂੰ ਤਾਂ ਹੀ ਸਮਝੂਗੀ ਜੇ ਉਹਨਾਂ ਵੰਡ ਕੇ ਖਾਧੀ ਹੋਵੇ। ਸਹੀ ਗੱਲ। ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਲੱਗਿਆਂ 4-4 ਗਨਮੈਨ ਮਿਲਦੇ ਰਹੇ ਪੜਨ ਦੌਰਾਨ ਵੀ, ਸਹੀ ਗੱਲ, ਸ਼ਾਪਿੰਗ ਕਰਨ ਜਾਣ ਦੌਰਾਨ ਵੀ, ਉਹਨਾਂ ਨੂੰ ਇਹ ਨਹੀਂ ਅੰਦਾਜ਼ਾ ਕਿ ਥੱਲਿਓਂ ਸੰਘਰਸ਼ ਕਰਕੇ ਉੱਪਰ ਕਿਵੇਂ ਆਇਆ ਜਾਂਦਾ, ਆਮ ਲੋਕਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ, ਆਪਣੇ ਤੋਂ ਥੱਲੇ ਵਾਲੇ ਨੂੰ ਸੁਣਨਾ ਹੈ। ਅਬ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸੱਤਾ ਲੈ ਕੇ ਦਿੱਤੀ ਹੈ ਉਹਨਾਂ ਲੋਕਾਂ ਨੂੰ ਨਾਲ ਰੱਖਣਾ ਹੈ। ਇਹਨੂੰ ਕਹਿੰਦੇ ਆ ਕਿ ਸੱਤਾ ਦੀ ਵੰਡ ਜੀ, ਥੱਲੇ ਦੇ ਪੱਧਰ ਤੱਕ। ਫਿਰ ਤੁਸੀਂ ਨੀਤੀਆਂ ਵੀ ਉਵੇਂ ਲਾਗੂ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਹੋ ਜੀ। ਔਰ ਇਹ ਜਿਹੜੀ ਪਾਵਰ ਹੈ, ਇਹ ਪਾਵਰ ਦਾ ਸੁਪਨਾ ਖਤਮ ਹੋ ਗਿਆ ਪੰਜਾਬ ਦੇ ਵਿੱਚ, ਹੁਣ ਇੰਜ ਨਹੀਂ ਬਚਿਆ ਜੀ। ਜਦੋਂ ਅਸੀਂ ਅੱਜ ਦੇ ਦਿਨ 'ਚ ਦੇਖਦੇ ਹਾਂ ਕਿ ਭਾਵੇਂ ਭਗਵੰਤ ਮਾਨ ਵਰਗੇ ਲੋਕ ਆਏ ਤਾਂ ਬਹੁਤ ਛੋਟੇ ਘਰਾਂ ਚੋਂ ਜੀ, ਆਏ ਸੰਘਰਸ਼ ਕਰਕੇ, ਆਏ ਰਾਹ ਰਸਤੇ ਲੱਭ ਕੇ, ਲਹਿਰਾਂ ਤੇ ਚੜ ਕੇ, ਲੇਕਿਨ ਅੱਜ ਉਹ ਇਸ ਗੱਲ 'ਚ ਫਸ ਗਏ ਨੇ ਕਿ ਇਹ ਮੇਰਾ ਹੀ ਹੱਕ ਹੈ, ਹਾਂ, ਮੈਂ ਇਹਨੂੰ ਵੰਡਣਾ ਨਹੀਂ, ਸਹੀ ਗੱਲ, ਮੈਂ ਇਹਨੂੰ ਸ਼ੇਅਰ ਨਹੀਂ ਕਰਨਾ। ਇਸੇ ਤਰੀਕੇ ਨਾਲ
ਅਸੀਂ ਇਹ ਪ੍ਰਵਿਰਤੀ ਬਾਕੀ ਸਾਰਿਆਂ 'ਚ ਦੇਖ ਰਹੇ ਹਾਂ। ਗੱਲ ਫਿਰ ਉੱਥੇ ਆ ਗਈ ਕਿ ਜੇ ਸ਼ਹਿਰ ਨੇ ਉੱਥੇ ਉਸ ਸ਼ਹਿਰ ਦੀ ਨਗਰ ਕੌਂਸਲ ਨੂੰ ਚਲਾਉਣ ਲਈ ਵਾਰਡਬੰਦੀ, ਜੀ ਜੇ ਪਿੰਡ ਨੇ ਤੇ ਪੰਚਾਇਤਾਂ ਉਹ ਵੀ ਵਾਰਡਬੰਦੀ ਆ, ਹਲਕਾਬੰਦੀ ਆ। ਜੀ ਜੇ ਐਮਐਲਏ ਵਿਧਾਇਕ ਬਣਨੇ ਨੇ ਤੇ ਫਿਰ ਉਹਨਾਂ ਦੇ ਹਲਕਿਆਂ ਦੀ ਵਿਧਾਇਕਬੰਦੀ, ਜੀ ਸਾਰਾ ਕੋਈ ਹੱਦਬੰਦੀ ਹੋ ਗਈ। ਲੋਕ ਸਭਾ ਦੇ ਮੈਂਬਰਾਂ ਲਈ ਹੱਦਬੰਦੀ ਹੋ ਗਈ। ਇਹਦਾ ਮਤਲਬ ਤੁਸੀਂ ਆਪ ਹੀ ਪਹਿਲਾਂ ਦਾਇਰਿਆਂ 'ਚ ਵੰਡਿਆ, ਛੋਟਾ ਕੀਤਾ। ਛੋਟਾ ਕਰਨ ਦਾ ਮਤਲਬ ਇਹ ਸੀ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਲੋਕਤੰਤਰ ਦਾ ਜਿਹੜਾ ਸੀਗਾ ਉਹਦੇ ਚੋਂ ਸੱਤਾ ਦਾ ਹਿੱਸਾ ਦਿਓ, ਜੀ, ਤਾਂ ਕਿ ਉਹ ਲੋਕ ਹੁਣ ਅੱਜ ਕੀ ਆ ਜ਼ਿੰਮੇਵਾਰ ਬਣ ਸਕਣ। ਜੀ। ਲੇਕਿਨ ਹੁੰਦਾ ਕੀ ਪਿਆ ਕਿ ਜਦੋਂ ਤੁਹਾਡੀ ਸਰਕਾਰ ਬਣ ਜਾਂਦੀ ਆ, ਅਮੂਮਨ ਜਿਹਦੀ ਸੱਤਾ ਬਣਦੀ ਆ ਸੂਬੇ 'ਚ, ਉਹਦੀਆਂ ਪੰਚਾਇਤਾਂ ਆ ਜਾਂਦੀਆਂ ਨੇ, ਉਹਦੇ ਚੇਅਰਮੈਨ ਆ ਜਾਂਦੇ ਨੇ, ਉਹਦੇ 'ਚ ਦੂਸਰੇ ਜਿਹੜੀਆਂ ਨਗਰ ਨਿਗਮ ਇੰਪਰੂਵਮੈਂਟ ਸਭ ਕੁਝ ਉਹਦਾ ਹੋ ਜਾਂਦਾ। ਇਹਦਾ ਮਤਲਬ ਕਿ ਸਾਰਾ ਕੁਝ ਇੱਥੇ ਹੀ ਜਿਹੜਾ ਉਹਦਾ ਕੇਂਦਰੀਕਰਨ ਹੋ ਗਿਆ, ਇੱਕ ਕੇਂਦਰ ਤੋਂ ਆ ਰਿਹਾ, ਸਾਰਾ ਇੱਕ ਕੇਂਦਰ ਤੋਂ ਆ ਰਿਹਾ। ਜੀ, ਜਦੋਂ ਕੇਂਦਰ ਬਦਲਦਾ, ਸੱਤਾ ਦਾ ਕੇਂਦਰ ਬਦਲਦਾ, ਉਦੋਂ ਸਾਰਾ ਕੁਝ ਨਵਾਂ ਬਣ ਜਾਂਦਾ। ਇੱਕ ਹੋਰ ਸਵਾਲ ਸਰਦਾਰ ਸਾਹਿਬ, ਸਵਾਲ ਇਹ ਹੈ ਕਿ ਜਦੋਂ ਅੱਜ ਕਾਂਗਰਸ ਸੱਤਾ 'ਚ ਹੈ, ਜੀ, ਪੰਜਾਬ ਦੇ ਵਿੱਚ ਕਾਂਗਰਸ ਸੱਤਾ 'ਚ ਹੈ, ਜੀ, ਹੁਣ ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾਓ, ਜੇ ਤੁਸੀਂ ਵੀ ਕਿਆਸ ਕਰ ਲਓ, ਇੱਕ ਕਲਪਨਾ ਕਰਕੇ ਦੇਖੋ ਕਿ ਕਿੰਨੇ ਲੋਕ ਸੱਤਾ ਦੇ ਕੇਂਦਰ 'ਚ ਆ। ਜੀ, ਕੈਪਟਨ ਅਮਰਿੰਦਰ ਸਿੰਘ, ਜੀ, ਉਸ ਤੋਂ ਬਾਅਦ 17-18 ਲੋਕ ਜੀ, ਜਿਹੜੇ ਮਿਨਿਸਟਰ ਨੇ, ਜੀ, ਜੀ, ਉਸ ਤੋਂ ਬਾਅਦ ਜਿੰਨੇ ਐਮਐਲਏ ਜਾਂ ਹਲਕੇ ਅੰਚਾਰ 117 ਲੋਕ, ਜੀ, ਠੀਕ ਹੈ ਜੀ। ਹੁਣ ਇਸ ਤੋਂ ਅੱਗੇ ਜਿਨ੍ਹਾਂ ਲੋਕਾਂ ਨੇ ਦਿਨ ਰਾਤ 10 ਸਾਲ ਪਾਰਟੀ ਨੂੰ ਸੱਤਾ 'ਚ ਲਿਆਉਣ ਲਈ ਮਿਹਨਤ ਕੀਤੀ ਹੈ, ਹਾਂ, ਉਹ ਲੋਕ ਕਿੱਥੇ ਨੇ? ਉਹਨਾਂ ਨੂੰ ਸੱਤਾ 'ਚ ਹਿੱਸਾ ਕਿਹੜਾ ਮਿਲਿਆ? ਬਿਲਕੁਲ। ਉਹ ਲੋਕ ਤੁਹਾਡੇ ਲਈ ਅੱਗੇ ਕਿਉਂ ਲੜਨਗੇ? ਇੱਕ ਵੱਡਾ ਸਵਾਲ ਹੈ ਸਰਦਾਰ ਸਾਹਿਬ। ਪਿਛਲੇ ਸਾਲਾਂ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਸੀ ਉਹ ਆਪਣੇ ਵਰਕਰ ਦੇ ਆਧਾਰ ਦੇ ਉੱਤੇ ਯੁੱਧ ਲੜ ਰਹੀਆਂ ਸੀ। ਉਹ ਯੁੱਧ ਹੁਣ ਛੋਟੇ ਪੈ ਗਏ। ਅੱਜ ਪੋਲਿਟਿਕਸ ਵਿੱਚ ਲੋਕਾਂ ਦੀ ਦਿਲਚਸਪੀ ਬਹੁਤ ਘਟ ਗਈ। ਸਹੀ ਗੱਲ। ਲੋਕ ਕਹਿ ਰਹੇ ਆ ਲਹਿਰ ਨਹੀਂ ਬਣਦੀ। ਲਹਿਰ ਕਿੱਥੋਂ ਬਣਨੀ ਹੈ? ਅੱਜ ਤੁਸੀਂ ਕਿਸੇ ਪਿੰਡ 'ਚ ਚਲੇ ਜਾਓ, ਕਿਸੇ ਏਰੀਏ 'ਚ ਚਲੇ ਜਾਓ, ਲੋਕ ਫੋਨ ਸਕਰੀਨ ਤੇ ਬਿਜ਼ੀ ਨੇ, ਲੇਕਿਨ ਜੇ ਤੁਸੀਂ ਉਹਨਾਂ ਨੂੰ ਪ੍ਰੈਕਟੀਕਲ ਕਰੋ ਕਿ ਉਹ ਕਿਸੇ ਪੋਲਿਟਿਕਸ ਵਿੱਚ ਸ਼ਾਮਲ ਹੋਣ, ਨੌਜਵਾਨ ਤੇ ਬਿਲਕੁਲ ਹੀ ਨਹੀਂ ਜਾਂਦਾ। ਉਹ ਆਪਣੀ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ। ਹੁਣ ਵੱਡਾ ਸਵਾਲ ਹੈ ਕਿ ਜਿਹੜੀਆਂ ਸਤਾਫਤ ਧਿਰਾਂ ਸੀ, ਜਿਹੜੀ ਐਸਟੈਬਲਿਸ਼ਮੈਂਟ ਪੰਜਾਬ 'ਚ ਸੀ ਪਾਰਟੀਆਂ ਦੇ ਨਜ਼ਰੀਏ ਤੋਂ, ਉਹਨਾਂ ਲੋਕਾਂ ਨੂੰ ਕੱਲ ਨੂੰ ਲੜਨ ਵਾਲੇ ਮੋਢੇ ਨਹੀਂ ਮਿਲਣੇ। ਸਹੀ ਗੱਲ। ਕਿਉਂਕਿ ਤੁਸੀਂ ਕਦੇ ਦੂਜਿਆਂ ਦਾ ਧਿਆਨ ਹੀ ਨਹੀਂ ਰੱਖਿਆ। ਸਵਾਲ ਨਹੀਂ, ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿੰਦੇ। ਕਿਸੇ ਐਮਐਲਏ ਕੋ ਯਾਦ ਚਲ ਜਾਵੋ ਤਾਂ ਜਦੋਂ ਉਹਨੂੰ ਉਹਦਾ ਪੀਏ ਦੱਸ ਦਿੰਦਾ ਜੀ ਇਹ ਸਾਡੀ ਪਾਰਟੀ ਦਾ ਬੰਦਾ ਨਹੀਂ ਹੈ ਜੀ, ਤੇ ਉਸ ਵੇਲੇ ਉਹ ਐਮਐਲਏ ਹੋਵੇ ਜਾਂ ਮੰਤਰੀ ਹੋਵੇ ਭੁੱਲ ਜਾਂਦਾ ਕਿ ਮੈਂ ਇਸ ਵੇਲੇ ਪੂਰੇ ਸੂਬੇ। ਹੁਣ ਬਿਲਕੁਲ ਜੇ ਮੁੱਦੇ ਤੋਂ ਗੱਲ ਅੱਗੇ ਤੋਰੀਏ ਕਿ ਜਦੋਂ ਤੁਸੀਂ ਆਪਣੀਆਂ ਪ੍ਰਵਿਰਤੀਆਂ, ਆਪਣੇ ਸੁਭਾਅ ਇੰਜ ਦੇ ਬਣਾ ਲਏ, ਸੌੜੀ ਸੋਚ ਕਰ ਲਈ, ਤੁਸੀਂ ਆਪਣੇ ਘਰਾਂ ਤੱਕ ਸੀਮਤ ਹੋ ਗਏ, ਕਿਲੇਬੰਦੀ ਕਰ ਲਈ ਆਪਣੇ ਆਲੇ ਦੁਆਲੇ, ਫਿਰ ਜੇ ਅੱਜ ਨਰਿੰਦਰ ਮੋਦੀ ਨੇ ਆਪਣੀ ਪਾਰਟੀ ਦੇ ਸਿਰ ਤੇ ਉੱਤੇ ਬਲਬੂਤੇ ਤੁਸੀਂ ਜਿਤਾਇਆ, ਸਾਰਿਆਂ ਨੇ ਤੁਸੀਂ ਜਿਤਾਇਆ ਨਾ, ਜੇ ਅੱਜ ਉਹਨੂੰ ਯਾਦ ਭੁੱਲ ਗਿਆ ਕਿ ਆ ਮੇਰੇ ਲੋਕ ਆਪਣੇ ਹੈਗੇ ਜਾਂ ਨਹੀਂ ਹੈਗੇ, ਤੇ ਫਿਰ ਉਹਨੂੰ ਦੋਸ਼ ਦੇਣਾ ਗਲਤ ਨਹੀਂ ਹੈ। ਬਰਾਬਰ ਦੇ ਤੁਸੀਂ ਦੋਸ਼ੀ। ਸਰਦਾਰ ਸਾਹਿਬ, ਨਰਿੰਦਰ ਮੋਦੀ ਨੇ ਇੱਕ ਡਿਕਟੇਟਰਸ਼ਿਪ ਨਜ਼ਰੀਆ ਅਪਣਾਇਆ ਕਿ ਗੱਲਬਾਤ ਵੀ ਨਹੀਂ ਕਰਨੀ। ਇਹੋ ਹੀ ਹੈ। ਤੁਸੀਂ ਸਿਆਸੀ ਪਾਰਟੀਆਂ ਦੇ ਖਿਲਾਫ ਜਦੋਂ ਪ੍ਰੋਗਰਾਮ ਕਰਦੇ ਹੋ, ਮਾਫ ਕਰਨਾ ਖਿਲਾਫ ਨਹੀਂ, ਜਦੋਂ ਤੁਸੀਂ ਕਿਸੇ ਨੁਕਤੇ ਤੇ ਪ੍ਰੋਗਰਾਮ ਕਰਦੇ ਹੋ, ਸਿਆਸੀ ਪਾਰਟੀਆਂ ਤੁਹਾਡੀਆਂ ਅਖਬਾਰਾਂ ਨੂੰ ਬੰਦ ਕਰਾਉਣ ਤੱਕ ਜਾਂਦੀਆਂ ਨੇ, ਤੁਹਾਡੇ ਚੈਨਲਾਂ ਤੇ ਪਾਬੰਦੀਆਂ ਲਗਾਉਣ ਜਾਂਦੀਆਂ ਨੇ। ਔਰ ਇਹ ਪੰਜਾਬ ਦੇ ਪਿਛਲੇ 10 ਸਾਲਾਂ ਦੌਰਾਨ ਹੋਇਆ, ਅੱਜ ਵੀ ਉਹੀ ਪ੍ਰਵਿਰਤੀ ਹੈ। ਸਵੇਰੇ ਪ੍ਰੋਗਰਾਮ ਹੁੰਦਾ, ਦੁਪਹਿਰ ਤੱਕ ਇਨਕੁਆਇਰੀਆਂ ਸ਼ੁਰੂ ਹੋ ਜਾਂਦੀਆਂ ਵੀ ਇਹ ਕਿੱਦਾਂ ਬੋਲ ਦਿੱਤਾ ਗਿਆ ਸਾਡੇ ਖਿਲਾਫ। ਵੱਡਾ ਸਵਾਲ ਸਰਦਾਰ ਜੀ, ਜੇ ਇਹ ਨਾ ਹੁੰਦਾ, ਜੇ ਇਹ ਸੋਚ ਨਾ ਹੁੰਦੀ ਸਿਆਸਤਦਾਨਾਂ ਦੀ, ਤੇ ਮਾਫ ਕਰਨਾ ਸਾਲ 2005 ਦੇ ਵਿੱਚ ਇੱਕ ਕਾਨੂੰਨ ਬਣਦਾ ਤੁਹਾਡੇ ਸਾਹਮਣੇ, ਰਾਈਟ ਟੂ ਇਨਫੋਰਮੇਸ਼ਨ, ਡਾਕਟਰ ਮਨਮੋਹਨ ਸਿੰਘ ਲੈ ਕੇ ਆਉਂਦੇ। ਉਹ ਕਿਉਂ ਬਣਦਾ? ਕਿਉਂਕਿ ਤੁਸੀਂ ਸੱਤਾ ਵਿੱਚ ਜਾ ਕੇ ਜੋ ਕੁਝ ਕਰਦੇ ਹੋ, ਤੁਸੀਂ ਉਹਦਾ ਸਹੀ ਜਾਣਕਾਰੀ ਵੀ ਆਪਣੇ ਲੋਕਾਂ ਨੂੰ ਦੇਣੀ ਜ਼ਰੂਰੀ ਨਹੀਂ ਸਮਝਦੇ। ਅੱਜ ਵੀ ਇਹੋ ਹੀ ਆ। ਬਹੁਤ ਸਾਰੀਆਂ ਸੰਸਥਾਵਾਂ ਕਹਿੰਦੀਆਂ ਅਸੀਂ ਤੇ ਸੂਚਨਾ ਅਧਿਕਾਰ ਦੇ ਤਹਿਤ ਆਉਂਦੀਆਂ ਹੀ ਨਹੀਂ ਆ। ਕਿਉਂ ਨਹੀਂ ਆਉਂਦੇ? ਤੁਸੀਂ ਅਦਾਰੇ ਜੇ ਲੋਕਾਂ ਦੇ ਪੈਸੇ ਨਾਲ, ਲੋਕਾਂ ਦੀਆਂ ਵੋਟਾਂ ਨਾਲ ਸਾਹਮਣੇ ਆਏ ਹੋ, ਤੁਸੀਂ ਕਹਿੰਦੇ ਕਿ ਅਸੀਂ ਤੁਹਾਡੇ ਦਾਇਰੇ 'ਚ ਨਹੀਂ ਆ, ਅਸੀਂ ਤੁਹਾਡੀ ਜਵਾਬਦੇਹੀ ਨਹੀਂ ਹੋਵਾਂ।
ਜਦੋਂ ਤੁਹਾਡੇ 'ਚ ਜਵਾਬਦੇਹੀ ਦੀ ਪ੍ਰਵਿਰਤੀ ਖਤਮ ਹੋ ਗਈ ਤੇ ਪਿਛਲੇ 15 ਸਾਲ ਤੋਂ ਉਹ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਐਕਟ ਬਣਿਆ ਉਹ ਲਾਗੂ ਹੋਇਆ, ਤੇ ਅੱਜ ਬਹੁਤੀਆਂ ਸਿਆਸੀ ਪਾਰਟੀਆਂ ਨੂੰ ਉਹਦੇ ਤੋਂ ਵੀ ਥੋੜੀ ਜਿਹੀ ਚਿੜ ਹੋ ਗਈ ਵੀ ਇਹ ਵੀ ਬਦਲਾਅ ਕਰ ਦਿਓ। ਕੀ ਇਹ ਕੇਂਦਰੀਕਰਨ ਆ ਕਿ ਵਿਕੇਂਦਰੀਕਰਨ ਆ? ਬਿਲਕੁਲ ਠੀਕ ਹੈ। ਜਦੋਂ ਤੱਕ ਕਿਸੇ ਦੇ ਵੀ ਦਿਮਾਗ 'ਚ ਸੱਤਾ ਦੇ ਕੇਂਦਰ ਹੋਣ ਦਾ ਕਿੱਲਾ ਫਸਿਆ ਰਹੂਗਾ, ਉਦੋਂ ਤੱਕ ਉਹਨੂੰ ਹੱਕ ਨਹੀਂ ਕਿ ਉਹ ਆਪਣੇ ਤੋਂ ਉੱਪਰ ਵਾਲੇ ਨੂੰ ਇਹ ਕਵੇ ਕਿ ਤੂੰ ਤਾਨਾਸ਼ਾਹ ਹੋ ਗਿਆ। ਜਦੋਂ ਤੱਕ ਅਸੀਂ ਆਪਣੀ ਜ਼ਿੰਮੇਵਾਰੀ ਅਹੁਦੇ ਤੇ ਰਹਿੰਦਿਆਂ ਆਪਣੇ ਆਪ ਨੂੰ ਮਿਲੀਆਂ ਤਾਕਤਾਂ ਸਬਲਿਟ ਨਹੀਂ ਕਰਦੇ, ਉਹ ਲੋਕ ਜਿਹੜੇ ਰਾਈਟ ਰੱਖਦੇ ਆ, ਜਿਹੜੇ ਡਿਜ਼ਰਵ ਕਰਦੇ ਆ, ਉਦੋਂ ਤੱਕ ਅਸੀਂ ਆਪਣੇ ਤੋਂ ਉੱਪਰ ਵਾਲਿਆਂ ਤੋਂ ਮੰਗ ਨਹੀਂ ਕਰ ਸਕਦੇ ਕਿ ਉਹ ਠੀਕ ਨਹੀਂ ਕਰ ਰਹੇ। ਇਸ ਵੇਲੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ ਔਰ ਜਿਸ ਤਰੀਕੇ ਨਾਲ ਰਾਜਾਂ ਨੂੰ ਗੁਲਾਮ ਵਜੋਂ ਤਸੱਵਰ ਕੀਤਾ ਜਾ ਰਿਹਾ, ਰਾਜਾਂ ਨੂੰ ਅਧੀਨਗੀ 'ਚ ਸਮਝਿਆ ਜਾ ਰਿਹਾ, ਸਾਰੀਆਂ ਸਟੇਟਾਂ 'ਚ ਸਾਰੀਆਂ ਪਾਰਟੀਆਂ ਕਰਦੀਆਂ ਆਈਆਂ। ਕਾਂਗਰਸ ਬਹੁਤ ਸਮਾਂ ਰਾਜ ਰਹੀ, ਕਾਂਗਰਸ ਨੇ ਜਦੋਂ ਚਾਹਿਆ ਗਵਰਨਰ ਰਾਜ ਕਰਤਾ, ਸਹੀ ਗੱਲ, ਜਦੋਂ ਚਾਹਿਆ ਆਪਣੇ ਬਹੁਮਤ ਦਾ ਅੱਜ ਵੀ ਉਹੀ ਹਾਲ ਆ। ਜਿੱਥੇ ਕਿਤੇ ਲੱਗਦਾ ਵੀ ਇੱਥੇ ਨਹੀਂ ਆ, ਉੱਥੇ ਕਹਿੰਦੇ ਠੀਕ ਹੈ ਇੱਥੇ ਕਰਾਓ, ਫਿਰ ਬਦਲ ਦਿਓ, ਸੱਤਾ ਬਦਲ ਦਿਓ। ਲੇਕਿਨ ਜਿਹੜੀਆਂ ਪਾਰਟੀਆਂ ਇਸ ਵੇਲੇ ਪੂਰੇ ਰੋਜ਼ ਮੰਗ ਕਰ ਰਹੀਆਂ ਨੇ, ਜਿਹੜੀਆਂ ਧਿਰਾਂ ਇਹ ਕਹਿ ਰਹੀਆਂ ਨੇ ਕਿ ਹਾਂ ਕੇਂਦਰ ਡਿਕਟੇਟਰ ਹੋ ਗਿਆ, ਉਹਨਾਂ ਨੂੰ ਆਪਣੇ ਘਰਾਂ 'ਚ ਬਹਿ ਕੇ ਇਹ ਸੋਚਣਾ ਚਾਹੀਦਾ ਕਿ ਆਪਣਾ ਦਰੁਸਤ ਕਰ ਲਓ ਤਾਂ ਕਿ ਕੱਲ ਨੂੰ ਤੁਹਾਡੇ ਤੇ ਇਲਜ਼ਾਮ ਨਾ ਆਵੇ। ਕੇਂਦਰ ਜੋ ਕਰ ਰਿਹਾ ਉਹਨੂੰ ਨਹੀਂ ਕਰਨਾ ਚਾਹੀਦਾ, ਉਹਦੇ ਖਿਲਾਫ ਤੁਹਾਨੂੰ ਲੜਨਾ ਚਾਹੀਦਾ ਹੈ। ਲੇਕਿਨ ਤੁਹਾਡੇ ਖਿਲਾਫ ਕੌਣ ਲੜੂਗਾ? ਤੁਸੀਂ ਜਿਹੜੇ ਹਲਕਿਆਂ ਨੂੰ ਕਿਲੇ ਬਣਾ ਕੇ ਬਹਿ ਗਏ ਹੋ ਕਿ ਇਹਦੇ 'ਚ ਦਖਲ ਨਹੀਂ ਦੇਣਾ, ਤੁਸੀਂ ਜਿਹੜੇ ਕਿਤੇ ਸਰਪੰਚ ਬਣਨ ਤੋਂ ਬਾਅਦ ਜੇ ਕਿਸੇ ਨੇ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਤੇ ਤੁਸੀਂ ਸਮਝਦੇ ਵੀ ਸਾਡਾ ਦੁਸ਼ਮਣ ਹੋ ਗਿਆ। ਜਦੋਂ ਤੁਹਾਡਾ ਰਾਜ ਪਲਟਾ ਹੁੰਦਾ ਜਾਂ ਜਦੋਂ ਤੁਹਾਡਾ ਰਾਜ ਹੁੰਦਾ, ਤੁਸੀਂ ਆਪਣੇ ਵਿਰੋਧੀਆਂ ਤੇ ਪਰਚੇ ਦਰਜ ਕਰਾਉਂਦੇ ਹੋ ਜੀ। ਅਗਲੀ ਸਰਕਾਰ ਆਉਂਦੀ, ਜਾਂਚ ਕਮਿਸ਼ਨ ਬਿਠਾਉਂਦੀ ਆ, ਤੁਹਾਡੇ ਪਰਚੇ ਰੱਦ ਹੋ ਜਾਂਦੇ ਨੇ। ਲੇਕਿਨ ਜਿਹੜੇ ਘਰ ਉਹਨਾਂ 5 ਸਾਲਾਂ ਦੇ ਵਿੱਚ ਬਰਬਾਦ ਹੁੰਦੇ ਨੇ ਜੀ, ਅਦਾਲਤਾਂ ਦੀਆਂ ਚੱਕਰਾਂ 'ਚ, ਦੂਸਰਿਆਂ 'ਚ ਫੀਸਾਂ 'ਚ ਕਰਕੇ, ਉਹਨਾਂ ਦੇ ਪੁੱਛੋ ਕਿ ਉਹ ਕਿਹੜੀ ਸਿਆਸਤ ਨਾਲ ਜੁੜਨਗੇ ਜਾ ਕੇ ਜੀ। ਔਰ ਸਭ ਤੋਂ ਪਹਿਲੀ ਗੱਲ ਅਹਿਮ ਕਿ ਜਦੋਂ ਤੁਸੀਂ ਵੋਟਾਂ ਲੈਣ ਲੋਕਾਂ ਕੋਲ ਜਾਂਦੇ ਹੋ, ਚਾਹੇ ਕਾਰਪੋਰੇਸ਼ਨ ਦੀਆਂ, ਚਾਹੇ ਪੰਚਾਇਤ ਦੀਆਂ, ਚਾਹੇ MLA ਦੀਆਂ, ਚਾਹੇ ਮੈਂਬਰ ਪਾਰਲੀਮੈਂਟ ਦੀਆਂ, ਕੀ ਤੁਸੀਂ ਲੋਕਾਂ ਨਾਲ ਇਹ ਵਾਅਦਾ ਨਹੀਂ ਕਰਦੇ ਕਿ ਅਸੀਂ ਤੁਹਾਡੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਾਂਗੇ ਜੀ? ਕਿੰਨੇ ਸਾਲ ਹੋ ਗਏ ਆ ਕਿ ਇਹ ਮੰਗ ਉੱਠ ਰਹੀ ਆ ਕਿ ਜਿਹੜੇ ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਆ, ਇਹਨਾਂ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ ਜੀ, ਜਵਾਬਦੇਹੀ ਹੋਵੇ। 5 ਸਾਲ ਬਾਅਦ ਕਦੇ ਕਿਸੇ ਸਿਆਸੀ ਪਾਰਟੀ ਨੇ ਹਾਮੀ ਭਰੀ ਆ? ਕਿਉਂ ਨਹੀਂ ਭਰਦੀਆਂ? ਜੇ ਸੱਤਾ ਦਾ ਕੇਂਦਰੀਕਰਨ ਜਾਂ ਵਿਕੇਂਦਰੀਕਰਨ ਦੇ ਵਿੱਚ ਭੇਦ ਰੱਖਣਾ ਆ ਤੇ ਫਿਰ ਇਹ ਹੋਣਾ ਚਾਹੀਦਾ ਕਿ ਲੋਕਾਂ ਦੇ ਹੱਕਾਂ ਦੀ ਪੂਰਤੀ, ਉਹਨਾਂ ਦੀਆਂ ਮੰਗਾਂ ਦਾ ਖਿਆਲ ਰੱਖਣਾ ਤੁਹਾਡਾ ਫਰਜ਼ ਨਹੀਂ ਸੀ, ਇਹ ਤੁਹਾਡਾ ਧਰਮ ਸੀ, ਰਾਜ ਧਰਮ ਸੀ ਤੁਹਾਡਾ ਜੀ। ਲੇਕਿਨ ਕਹਿੰਦੇ ਨੇ, ਜਦੋਂ ਅਸੀਂ ਗੱਲ ਕਹਿੰਦੇ ਆ ਨਾ ਕਿ ਇੰਦਰਾ ਗਾਂਧੀ ਤਾਨਾਸ਼ਾਹ ਸੀ, ਬੜਾ ਕਹਿੰਦੇ ਨੇ, ਅੱਜ ਵੀ ਕਹਿੰਦੇ ਨੇ, ਅਕਾਲੀ ਦਲ ਬਾਰ-ਬਾਰ ਕਹੇਗਾ, ਬਾਕੀ ਪਾਰਟੀਆਂ ਵੀ ਕਹਿਣਗੀਆਂ। ਦੂਸਰੀਆਂ ਪਾਰਟੀਆਂ ਜਿਹੜੀਆਂ 2019 ਤੱਕ, ਅਕਾਲੀ ਦਲ ਜਦੋਂ 370 ਧਾਰਾ ਉੱਥੋਂ ਖਤਮ ਹੁੰਦੀ ਹੈ ਉਦੋਂ ਕਹਿੰਦੇ ਠੀਕ ਹੈ। ਹੁਣ ਜਦੋਂ ਆਪ ਵੱਖ ਹੋ ਗਏ, ਹੁਣ ਉਹ ਨਰਿੰਦਰ ਮੋਦੀ ਜਿਹੜਾ ਬੜਾ ਭੈੜੀ ਜੀ ਉਹਦੀ ਤਸਵੀਰ ਨਜ਼ਰ ਆਉਂਦੀ ਹੈ ਇਹਨਾਂ ਨੂੰ। ਲੇਕਿਨ ਸਵਾਲ ਇਹ ਹੀ ਹੈ ਕਿ ਜਦੋਂ ਤੁਸੀਂ ਆਪਣੇ ਧਰਮ ਤੋਂ ਪਿਛਾਂ ਹਟ ਕੇ, ਜਿਹੜਾ ਤੁਹਾਡਾ ਰਾਜ ਧਰਮ ਸੀ, ਤੇ ਫਿਰ ਕਹਿੰਦੇ ਕਿ ਜੁਦਾ ਹੋ ਦੀਨ ਸਿਆਸਤ ਸੇ तो रह जाती है चंगेजी। हाँ, चाहे वो चंगेज खान ਜਿਹੜਾ ਦਿੱਲੀ ਦੀ ਸੱਤਾ ਦੇ ਬੈਠਾ ਹੋਵੇ, ਚਾਹੇ ਸੂਬੇ ਦੀ ਸੱਤਾ ਦੇ ਬੈਠਾ ਹੋਵੇ, ਚਾਹੇ ਤੁਹਾਡੇ ਪਿੰਡ ਦੀ ਪੰਚਾਇਤ 'ਚ ਬੈਠਾ ਹੋਵੇ ਜਾਂ ਤੁਹਾਡੇ ਹਲਕੇ 'ਚ ਬੈਠਾ ਹੋਵੇ। ਸਰਦਾਰ ਸਾਹਿਬ ਦੀ ਇਸੇ ਗੱਲ ਤੇ, ਇਸੇ ਨੋਟ ਤੇ ਪ੍ਰੋਗਰਾਮ ਨੂੰ ਸਮਾਪਤ ਕਰਨ ਲਈ ਬੇਨਤੀ ਕਰਦੇ ਹਾਂ। ਬਹੁਤ ਮਿਹਰਬਾਨੀ।